आज का सारा टॉपिक है एग्जाम एज अ मीन्स ऑफ असेसमेंट कि किसी चीज़ ਨੂੰ ਜਾਂ ਕਿਸੇ ਪਰਸਨ ਨੂੰ ਅਗਰ ਅਸੈਸ ਕਰਨਾ ਉਹਨੂੰ ਚੰਗੀ ਤਰ੍ਹਾਂ ਉਹਨੂੰ ਸਮਝਣਾ ਹੈਗਾ ਉਹਨੂੰ ਅਸੈਸ ਕਰਨਾ ਹੈਗਾ ਉਹਨੂੰ ਤਾਂ ਐਗਜ਼ਾਮ ਸਭ ਤੋਂ ਵਧੀਆ ਤਰੀਕਾ ਹੈਗਾ ਕਿ ਵਾਕਈ ਹੈਗਾ ਐਗਜ਼ਾਮ ਮੋਸਟਲੀ ਸਟੂਡੈਂਟਸ ਨੂੰ ਪਸੰਦ ਨਹੀਂ ਹੁੰਦੇਗੀ ਕਲਾਸ ਟੈਸਟ ਫਿਰ ਵੀ ਠੀਕ ਹੁੰਦੇ ਨੇਗੇ ਮੈਨੂੰ ਵੀ ਇਹ ਲੱਗਦਾ ਹੈਗਾ ਕਿ ਨਾ ਐਗਜ਼ਾਮ ਤਾਂ ਧੱਕਾ ਹੀ ਹੁੰਦਾ ਬੱਚਿਆਂ ਦੇ ਨਾਲ ਟੈਸਟ ਇਨਫੈਕਟ ਜ਼ਿਆਦਾ ਵਧੀਆ ਹੁੰਦੇ ਨੇ ਰੀਜ਼ਨ ਕੀ ਹੈਗਾ ਟੈਸਟ ਵੀਕਲੀ ਮੰਥਲੀ ਚੱਲਦੇ ਰਹਿੰਦੇ ਨੇਗੇ ਸਟੂਡੈਂਟ ਨੂੰ ਪਤਾ ਲੱਗਦਾ ਪਲੱਸ ਕੀ ਹੈਗਾ ਐਗਜ਼ਾਮ ਦੇ ਵਿੱਚ ਸਭ ਤੋਂ ਵਧੀਆ ਸੌਰੀ ਟੈਸਟ ਦੇ ਵਿੱਚ ਸਭ ਤੋਂ ਵਧੀਆ ਕੀ ਹੁੰਦਾ ਹੈਗਾ ਉਹ ਹੁੰਦਾ ਹੈਗਾ ਕਿ ਟੈਸਟ ਦੇ ਵਿੱਚ ਨਾ ਬੱਚੇ ਨੂੰ ਫੀਡਬੈਕ ਮਿਲ ਜਾਂਦੀ ਹੈ ਤੁਹਾਡੀਆਂ ਜੋ ਐਰਰਸ ਨੇਗੀਆਂ ਸਟੂਡੈਂਟ ਦੀਆਂ ਜੋ ਮਿਸਟੇਕਸ ਨੇਗੀਆਂ ਉਹਨਾਂ ਮਿਸਟੇਕ ਦਾ ਉਹ ਟੀਚਰ ਨੂੰ ਪੁੱਛ ਸਕਦਾ ਪਰ ਜਦੋਂ ਫਾਈਨਲ ਐਗਜ਼ਾਮ ਹੁੰਦਾ ਹੈਗਾ ਈਅਰਲੀ ਕਿ ਉਹਦੇ ਵਿੱਚ ਕੁਐਸਚਨਿੰਗ ਹੋ ਜਾਂਦੀ ਹੈ ਨਹੀਂ ਫਾਈਨਲ ਐਗਜ਼ਾਮ ਤਾਂ ਸਾਨੂੰ ਮਿਲਦੇ ਵੀ ਨਹੀਂਗੇ ਤਾਂ ਕਰਕੇ ਮੈਨੂੰ ਲੱਗਦਾ ਹੈ ਕਿ एग्जाम ਵਧੀਆ ਹੋ ਗਏ ਨਹੀਂ ਹੈ ਪਰ ਹਾਂ ਆਪਾਂ ਆਪਣੇ ਇਮੋਸ਼ਨਸ ਤੇ ਕੰਟਰੋਲ ਰੱਖਣਾ ਹੈ ਔਰ ਦੋਨੋਂ ਪੱਖ ਤੋਂ ਲਿਖਣਾ ਹੀ ਪੈਣਾ ਸਾਨੂੰ ਸੋ ਇਮੋਸ਼ਨ ਤੇ ਕੰਟਰੋਲ ਰੱਖੋ ਸਭ ਤੋਂ ਪਹਿਲਾਂ ਆਪਾਂ ਫੇਵਰ ਦੇ ਵਿੱਚ ਜਾਵਾਂਗੇ ਫॉर ਮੀਨਸ ਫੇਵਰ ਔਰ ਅਗੇਂਸਟ ਮੀਨਸ ਆਪਾਂ ਇਹਦੇ ਅਗੇਂਸਟ ਜਾਵਾਂਗੇ ਕਿ ਨਹੀਂ ਐਗਜ਼ਾਮ ਇੱਕ ਮੀਨ ਆਫ ਅਸੈਸਮੈਂਟ ਨਹੀਂ ਹੈ ਜਿਹਦਾ ਮੈਂ ਹਰ ਕਲਾਸ 'ਚ ਕਹਿਣਾ ਉਹਨਾਂ ਫਿਰ ਕਹਿਣਾ ਇਹ ਐਗਜ਼ਾਮ ਜਿਹੜੇ ਪੁਆਇੰਟਸ ਨੇ ਇਹ ਮੈਂ ਜ਼ਿਆਦਾ ਲਿਖੇ ਨੇ ਜਾਣਬੁੱਝ ਕੇ ਲਿਖੇ ਨੇਗੇ ਤਾਂ ਕਿ ਤੁਸੀਂ ਇਹਨਾਂ ਵਿੱਚੋਂ 2 ਜਾਂ 3 ਸਿਲੈਕਟ ਕਰੋ ਉਹਨਾਂ ਨੂੰ ਐਕਸਪਲੇਨ ਕਰੋ ਕਿਤੇ ਇਹ ਨਾ ਹੋਵੇ ਕਿ ਤੁਸੀਂ ਸਾਰਿਆਂ ਨੂੰ ਐਕਸਪਲੇਨ ਕਰ ਸਕਦੇ ਹੋ ਲੈਂਥ ਹੀ ਬਣ ਜਾਏਗਾ नो डाउट ਲੈਂਥ ਤੁਹਾਡੀ 250 ਵਰਡਸ ਹੁੰਦੀ ਹੈਗੀ ਪਰ 300 ਤੱਕ ਵਰਡਸ ਜੇ ਤੁਸੀਂ ਲਿਖੋਗੇ ਵਧੀਆ ਹੁੰਦੇ ਹੈਗੇ ਉਹਦੇ ਨਾਲ ਦੋ ਬੈਨੀਫਿਟਸ ਹੋ ਗਏ ਇੱਕ ਤਾਂ ਵਧੀਆ ਲੱਗਦਾ ਉਹ ਦੂਸਰਾ ਇਹ ਹੈ ਕਿ ਤੁਹਾਡੇ ਕੋਲ ਟਾਈਮ ਮਿਲ ਜਾਂਦਾ 300 ਵਰਡਸ ਤੁਹਾਡੇ ਨਾ ਮੈਕਸਿਮਮ ਮੈਨੂੰ ਲੱਗਦਾ 30 to 35 ਮਿੰਟ ਦੇ ਵਿੱਚ ਹੋ ਜਾਂਦਾ 5 ਮਿੰਟ ਤੁਹਾਡੇ ਕੋਲ ਐਕਸਟਰਾ ਮਿਲ ਗਈ ਤੇ ਉਹੀ 5 ਮਿੰਟ ਤੁਹਾਡੇ ਐਕਸਟਰਾ ਜਿਹੜੇ ਤੁਸੀਂ ਕ੍ਰਾਸ ਚੈੱਕ ਕਰੋਗੇ 0.5 ਸਕੋਰ ਤੁਹਾਡਾ ਇੰਪਰੂਵ ਕਿਉਂ ਕੋਈ ਨਾ ਕੋਈ ਸਪੈਲਿੰਗ ਐਰਰ ਤੁਹਾਨੂੰ ਮਿਲ ਹੀ ਜਾਊਗੀ ਕਿਤੇ ਕੌਮਾ ਰਹਿ ਗਿਆ ਹੋਣਾ ਉਹ ਤੁਸੀਂ ਲਗਾ ਦੋਗੇ ਜੀ ਤੁਹਾਡੀ ਉਹ ਗਲਤੀ ਹੈਗੀ ਉਹ ਓਕੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਹਾਂ ਐਗਜ਼ਾਮ ਕਿਵੇਂ ਮੀਨਸ ਆਫ ਅਸੈਸਮੈਂਟ ਹੈ ਕਿਵੇਂ ਹੈ ਇਹ ਸਭ ਤੋਂ ਪਹਿਲਾਂ ਇਹ ਹੈ ਕਿ ਇਹ ਇੱਕ ਕੰਟਰੋਲਡ ਵੇ ਆਫ ਅਸੈਸਮੈਂਟ ਅਸੈਸ ਅ ਪਰਸਨ कंट्रोल्ड वे टू असेस अ पर्सन कंट्रोल्ड वे क्यों है ये एक ना प्रॉपर सिस्टम ਹੁੰਦਾ ਜਿਹਦਾ ਐਗਜ਼ਾਮ ਹੁੰਦਾ ਪ੍ਰੋਪਰ ਐਗਜ਼ਾਮ ਕੁਐਸਚਨ ਪੇਪਰ ਬਣਦੇ ਨੇਗੇ ਉਸ ਤੋਂ ਬਾਅਦ ਕੀ ਬਣਦੇ ਹੈਗੇ ਕੁਐਸਚਨ ਪੇਪਰ ਤੋਂ ਬਾਅਦ ਪ੍ਰੋਪਰ ਉਹਨੂੰ ਚੈੱਕ ਕੀਤਾ ਜਾਂਦਾ ਹੈਗਾ ਫਿਰ ਬੱਚਾ ਤੱਕ ਪਹੁੰਚਦਾ ਹੈਗਾ ਫਿਰ ਉਹਨੂੰ ਚੈੱਕ ਕੀਤਾ ਜਾਂਦਾ ਹੈ ਫਿਰ ਕੰਟਰੋਲ ਸਿਸਟਮ ਹੈਗਾ ਇਹੀ ਪੁਆਇੰਟ ਸਾਡਾ ਪੁਆਇੰਟ ਨੰਬਰ 2 ਦੇ ਵਿੱਚ ਕਵਰ ਹੋਏਗਾ the questions have been reviewed पहला एक कंट्रोल्ड वे है और इसमें रिव्यू किवें किया जाता है बाय एक्सपीरियंस एग्जाम मेकर सो कंट्रोल का मतलब इत्थे की है कि ये नहीं है कि जेड़ा भी दिल कीता किसी ने बना दिता एग्जाम जो एग्जामिनर सेट करता है वो पूरा सिस्टमैटिकली करता है फाइनल एग्जाम ਜਿਹੜੇ ਸਾਡੇ बोर्ड ਦੇ एग्जाम ਹੁੰਦੇ ਨਾ ਤੁਹਾਨੂੰ ਇੰਨਾ ਜ਼ਿਆਦਾ ਸੀਰੀਅਸ ਕਿਉਂ ਹੁੰਦੇ ਉਹਦੇ ਲਈ 10th और 12th ਦੇ ਜਿਹੜੇ बोर्ड ਦੇ एग्जाम ਨੇ ਕਿਉਂਕਿ ਉਹ एग्जाम ਕਿੱਥੋਂ ਬਣ ਕੇ ਆਉਂਦਾ ਕਿਸੇ ਨੂੰ ਨਹੀਂ ਪਤਾ ਹੈਗਾ ਉਸ ਤੋਂ ਇਲਾਵਾ ਜਿਹੜੀ ਬਾਕੀ ਕਲਾਸਿਸ ਨੇ ਜਿਵੇਂ 9th ਦਾ ਹੈ 7th ਕਲਾਸ ਦਾ ਹੈ 11th ਉਹਦਾ ਕਾਲਜ ਦੇ ਵਿੱਚ ਜਾ ਕੇ ਸਾਨੂੰ ਪਤਾ ਵੀ ਸਾਡੇ ਆ ਟੀਚਰ ਨੇ ਪਾਉਣਾਗਾ ਉਹ ਟੀਚਰ ਨੂੰ ਆਪਾਂ ਜਾਣਦੇ ਹੁੰਦੇ ਆਂਗੇ ਤਾਂ ਉਹ ਪ੍ਰੋਪਰ ਕੰਟਰੋਲ ਇੰਨਾ ਨਹੀਂ ਹੁੰਦਾ ਜਿੰਨਾ ਕਿ ਬੋਰਡ ਦੇ ਐਗਜ਼ਾਮ ਹੁੰਦੇ ਸੋ ਕੰਟਰੋਲ ਦਾ ਮਤਲਬ ਸਮਝੋ ਕੰਟਰੋਲ ਦਾ ਮਤਲਬ ਪ੍ਰੋਪਰ ਸਿਸਟਮ ਰੂਲਸ ਐਂਡ ਰੈਗੂਲੇਸ਼ਨਸ ਹਰ ਤਰ੍ਹਾਂ ਦੀ ਚੀਜ਼ ਉਹਦੇ ਵਿੱਚ ਫੋਲੋ ਕੀਤੀ ਜਾਂਦੀ ਹੈ ਕਿ ਪਲੱਸ ਜੋ ਐਗਜ਼ਾਮ ਜਾਂ ਕੁਐਸਚਨ ਪੇਪਰਸ ਬਣਦੇ ਨੇਗੇ ਉਹ ਰਿਵਿਊ ਕੀਤੇ ਜਾਂਦੇ ਨੇ ਬਾਰ-ਬਾਰ ਚੈੱਕ ਕੀਤੇ ਜਾਂਦੇ ਨੇਗੇ ਕੌਣ ਕਰਦੇ ਨੇਗੇ एग्जाम मेकर्स सो ऑब्वियसली है ਤਾਂ ਵਧੀਆ ਤਰੀਕਾ ਹੋ ਗਿਆ ਫਿਰ ਹੁਣ ਇਹਨੂੰ ਆਪਾਂ ਨੇ ਇਹਦਾ ਚੀਜ਼ ਦੱਸ ਦਿੱਤੀ ਪਰ ਨਾਲ ਨੂੰ ਆਪਾਂ ਦਾ ਬੈਨੀਫਿਟ ਵੀ ਗਿਣਾਉਣਾ ਚਾਹੁੰਦਾ ਕਿ ਬੈਨੀਫਿਟ ਨਹੀਂ ਗਿਣਾਉਂਦਾ ਠੀਕ ਹੈ ਜੀ एग्जाम ਰਿਵਿਊ ਕੀਤਾ ਜਾਂਦਾ ਬਾਰ-ਬਾਰ ਕੰਟਰੋਲ ਵੇ ਹੈ ਬਟ ਫਾਇਦਾ ਕੀ ਹੋਇਆ ਇਹਦਾ ਫਾਇਦਾ ਹੋਇਆ ਬੈਨੀਫਿਟ ਹੋਇਆ ਕਿ ਇਹ ਇੱਕ ਟਾਈਮ ਇਫੈਕਟਿਵ ਵੇ ਹੈ ਜਿਹਦੇ ਨਾਲ ਪਰਸਨ ਦੀ ਐਬਿਲਿਟੀ ਚੈੱਕ ਹੋ ਜਾਂਦੀ ਹੈਗੀ ਔਰ ਉਹਦੀ ਨੌਲੇਜ ਚੈੱਕ ਹੁੰਦੀ ਹੈਗੀ ਟਾਈਮ ਇਫੈਕਟਿਵ ਦਾ ਮਤਲਬ ਕੀ ਹੁੰਦਾ ਹੈਗਾ अपने इंडिया ਦੇ ਵਿੱਚ ਮੋਸਟਲੀ ਪੰਜਾਬ ਦੀ ਗੱਲ ਕਰੀਏ ਤਾਂ ਐਗਜ਼ਾਮ ਦਾ ਟਾਈਮ ਪੀਰੀਅਡ ਕਿੰਨਾ ਹੁੰਦਾ ਹੈਗਾ ਸਕੂਲ ਤੱਕ 12th ਤੱਕ 3 ਘੰਟੇ ਹੁੰਦਾ ਹੈਗਾ ਕਾਲਜ ਦੇ ਵਿੱਚ ਵੀ 3 ਘੰਟੇ ਦਾ ਕਿਤੇ ਘੱਟ ਵੀ ਹੁੰਦਾ ਕਿਤੇ ਜ਼ਿਆਦਾ ਵੀ ਹੁੰਦਾ ਪਰ ਉਹ ਇੱਕ ਪਾਰਟਿਕੂਲਰ ਟਾਈਮ ਹੁੰਦਾ ਤੇ ਉਹ ਕਿਸੇ ਇੱਕ ਲਈ ਨਹੀਂ ਹੁੰਦਾ ਸਾਰਿਆਂ ਦੇ ਲਈ ਸੇਮ ਟਾਈਮ ਹੁੰਦਾ ਥਰੂ ਆਊਟ ਆਲ ਦਾ ਸੈਂਟਰਸ ਹੁੰਦਾ ਨਾ ਤਾਂ ਇਹ ਕਿ ਟਾਈਮ ਇਫੈਕਟਿਵ ਵੇ ਜੋ ਮੈਂ ਬ੍ਰੈਕਟ ਦੇ ਵਿੱਚ ਸੌਰੀ ਇਹਨਾਂ ਨੂੰ ਮੈਂ ਬਾਕਸ ਦੇ ਵਿੱਚ ਲਿਖ ਰਿਹਾ ਇਹ ਨਾ ਕੀਵਰਡਸ ਨੇਗੇ ਜਿਹੜਾ ਤੁਹਾਡੇ ਸਕੋਰ ਨੂੰ ਅਪ ਲੈ ਕੇ ਜਾਣਗੇ ਸੋ ਟਾਈਮ ਇਫੈਕਟਿਵ ਟੈਕਨੀਕ ਹੈ ਵੇ ਹੈ ਜਿਹਦੇ ਨਾਲ ਇੱਕ ਪਰਸਨ ਦੀ ਐਬਿਲਿਟੀ ਤੇ ਨੌਲੇਜ ਚੈੱਕ ਹੋਗੀ ਦੇਖੋ ਤਿੰਨੋਂ ਪੁਆਇੰਟ ਇਕੱਠੇ ਹੋ ਗਏ ਨਾ ਇਹ
ਅਸੀਂ ਜਦੋਂ BP1 ਜਾਂ 2 ਲਿਖਦੇ ਆ ਜਾਂ ਕੋਈ ਵੀ BP ਲਿਖਦੇ ਆ ਪਹਿਲਾਂ ਆਪਾਂ ਇੱਕ ਜਨਰਲ ਪੁਆਇੰਟ ਦਿੰਦੇ ਆਂਗੇ ਜਨਰਲ ਪੁਆਇੰਟ ਤੋਂ ਬਾਅਦ ਆਪਾਂ ਉਹਨੂੰ ਸਪੋਰਟ ਕਰਦੇ ਆਂਗੇ ਤਾਂ ਹੁਣ ਮੈਂ ਤੇ ਸਪੋਰਟ ਵੀ ਕੀਤਾ ਨਾਲ ਇਹਦਾ ਬੈਨੀਫਿਟ ਵੀ ਬਣਾ ਦਿੱਤਾ ਸੋ ਇਹ ਹੁੰਦਾ ਇੱਕ ਐਗਜ਼ੈਕਟ ਪੁਆਇੰਟ ਲਾਸਟ ਵਾਲੀ ਜਿਹੜੀ ਆਨਲਾਈਨ ਕਲਾਸ ਲਗਾਈ ਸੀਗੀ ਆਪਾਂ ਸੈਟਰਡੇ ਉਹਦੇ ਵਿੱਚ ਵੀ ਇਹ ਚੀਜ਼ ਆਪਾਂ ਡਿਸਕਸ ਕੀਤੀ ਸੀਗੀ ਕਿ ਇਕੱਲਾ ਜਨਰਲ ਪੁਆਇੰਟ ਨਾ ਲਿਖੋ ਜਨਰਲ ਪੁਆਇੰਟ ਦੇ ਨਾਲ ਉਹਨੂੰ ਸਪੋਰਟ ਵੀ ਕਰੋ ਉਸਨੂੰ ਹਾਂਜੀ ਨੈਕਸਟ ਪੁਆਇੰਟ A controlled condition, the controlled conditions avoid cheating and plagiarism. ਹੁਣ ਇਹ ਜਿਹੜਾ plagiarism ਇੱਕ ਤਰ੍ਹਾਂ ਦੀ ਚੀਟਿੰਗ ਹੀ ਹੁੰਦੀ ਹੈ ਕਿ ਚੀਟਿੰਗ ਦਾ ਸਿੱਧਾ ਹੀ ਹੋ ਗਿਆ ਤੇ ਆਪਾਂ ਜਿਸ ਮਾਹੌਲ ਦੇ ਵਿੱਚ ਰਹਿੰਦੇ ਆਂਗੇ ਚੀਟਿੰਗ ਸਾਨੂੰ ਨਾ ਪਤਾ ਹੋਵੇ ਤਾਂ ਇਹ ਚੀਜ਼ ਹੋ ਨਹੀਂ ਸਕਦੀ ਹੈ ਨਾ ਥੋੜੀ ਮੋਟੀ ਹਰ ਕੋਈ ਚੀਟਿੰਗ ਕਿਵੇਂ ਨਾ ਕਿਵੇਂ ਕਰਦਾ ਹੀ ਕਰਦਾ ਹੈ ਕਈ ਐਕਸਪਰਟ ਹੁੰਦੇ ਨੇ ਕਈ ਸਿੱਖ ਰਹੇ ਹੁੰਦੇ ਨੇ ਪਰ plagiarism ਵਰਡ ਕੀ ਹੁੰਦਾ ਹੈ plagiarism ਵੀ ਇੱਕ ਤਰ੍ਹਾਂ ਦੀ ਚੀਟਿੰਗ ਹੀ ਹੈ ਜਦੋਂ ਕੋਈ ਐਸੇ ਲਿਖਿਆ ਜਾਂਦਾ ਹੈਗਾ ਜਾਂ ਕੋਈ ਵੀ ਚੀਜ਼ ਲਿਖੀ ਗਈ ਉਹਦੇ ਵਿੱਚ ਪਤਾ ਲੱਗਿਆ ਕਿ ਗਗਨ ਨੇ ਇਹ ਜਿਹੜਾ ਇੱਕ ਪੈਰਾਗ੍ਰਾਫ ਹੈ ਇਸ ਬੁੱਕ ਦੇ ਵਿੱਚੋਂ ਲਿਆ ਗਿਆ ਤਾਂ ਜਿਹੜੀ ਬੁੱਕ ਤੋਂ ਲਿਆ ਗਿਆ ਉਸ ਚੀਟਿੰਗ ਨੂੰ ਮੈਂ ਕੀ ਕਹੂੰਗਾ ਪਲੈਗਰਿਜ਼ਮ ਕਹੂੰਗਾ ਸੋ ਪਲੈਗਰਿਜ਼ਮ ਇੱਕ ਤਰ੍ਹਾਂ ਦੀ ਚੀਟਿੰਗ ਹੀ ਹੁੰਦੀ ਹੈਗੀ ਜਦੋਂ ਬੁੱਕਸ ਲਿਖੀਆਂ ਜਾਂਦੀਆਂ ਨੇਗੀਆਂ ਕੋਈ ਆਰਟੀਕਲਸ ਲਿਖੇ ਜਾਂਦੇ ਨੇ ਤਾਂ ਜਿਹੜੀਆਂ ਉਹ ਲਾਈਨਸ ਪੈਰਾਗ੍ਰਾਫਸ ਕਿਸੇ ਹੋਰ ਬੁੱਕ ਜਾਂ ਕਿਸੇ ਹੋਰ ਚੀਜ਼ ਤੋਂ ਮਿਲਦੀਆਂ ਨੇਗੀਆਂ ਸੇਮ ਹੁੰਦੇ ਉਹਨੂੰ ਪਲੈਗਰਿਜ਼ਮ ਕਿਹਾ ਜਾਂਦਾ ਸੋ ਜਿਹੜਾ ਕੰਟਰੋਲ ਕੰਡੀਸ਼ਨ ਹੁਣ ਕੰਟਰੋਲ ਕੰਡੀਸ਼ਨ ਦਾ ਮਤਲਬ ਕੀ ਹੈ ਇੱਥੇ ਸਮਝਦੇ ਹੋ ਕੀ ਹੈ ਐਗਜ਼ਾਮ ਇੱਕ ਕਲਾਸਰੂਮ ਦੇ ਵਿੱਚ ਜਦੋਂ ਹੋ ਰਿਹਾ ਹੁੰਦਾ ਹੈਗਾ ਤਾਂ ਇੱਕ ਜਾਂ ਦੋ ਇਨਵਿਜੀਲੇਟਰ ਹੋਗੇ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਉਹ ਕੀ ਕਰ ਰਹੇ ਨੇ ਕੰਟਰੋਲ ਕਰ ਰਹੇ ਹੁੰਦੀ ਹੈ ਇਨਵਿਜੀਲੇਟ ਕਰ ਰਹੇ ਨੇ ਜਿੰਨੇ ਵੀ ਕਲਾਸ ਅਗਰ ਕੋਈ ਚੀਟਿੰਗ ਕਰਦਾ ਹੈਗਾ ਜਾਂ ਡਿਸਟਰਬੈਂਸ ਕ੍ਰੀਏਟ ਕਰਦਾ ਤਾਂ ਫਿਰ ਉਸ ਨੂੰ ਵਾਰਨਿੰਗ ਵੀ ਮਿਲਦੀ ਹੈ ਇੱਥੇ ਤੱਕ ਐਗਜ਼ਾਮ ਵੀ ਫੜ ਲਿਆ ਜਾਂਦਾ ਸੋ ਥੀਸ ਆਰ ਦਾ ਕੰਟਰੋਲ ਕੰਡੀਸ਼ਨ ਮਤਲਬ ਇੱਕ ਪ੍ਰੋਪਰ ਫਾਰਮੂਲੇਸ਼ਨ ਤਿਆਰ ਕੀਤਾ ਜਾਂਦਾ ਹੈ ਇੱਕ ਪ੍ਰੋਪਰ ਰੈਗੂਲੇਸ਼ਨ ਚੱਲ ਰਹੀ ਹੁੰਦੀ ਹੈ ਕਿ ਕਾਦੇ ਵਾਸਤੇ ਹੁੰਦਾ ਹੈ ਤਾਂ ਕਿ ਚੀਟਿੰਗ ਤੇ ਪਲੈਗਰਿਜ਼ਮ ਨਾ ਹੋਵੇ ਜਦੋਂ ਚੀਟਿੰਗ ਤੇ ਪਲੈਗਰਿਜ਼ਮ ਨਹੀਂ ਹੋਏਗਾ ਤਾਂ ਬੱਚੇ ਦੀ ਜਿਹੜੀ ਸਕੋਰਿੰਗ ਹੋਏਗੀ ਉਹ ਬਿਲਕੁਲ ਸਹੀ ਮਾਇਨੇ 'ਚ ਹੋਏਗੀ ਉਹਦੇ ਨਾਲ ਉਹਦੀ ਐਬਿਲਿਟੀ ਚੈੱਕ ਹੋਏਗੀ ਨੌਲੇਜ ਚੈੱਕ ਹੋਏਗੀ ਪਲੱਸ ਜਿਹੜਾ ਐਗਜ਼ਾਮ ਹੈ ਨਾ ਉਹਦੇ ਵਿੱਚ ਸਕੋਰਿੰਗ ਸਿੰਪਲੀਫਾਈਡ ਹੁੰਦੀ ਹੈ ਸਿੰਪਲੀਫਾਈਡ ਦਾ ਮਤਲਬ ਕੀ ਹੁੰਦਾ ਹੈਗਾ ਹੁਣ ਦੇਖੋ ਨਾ ਮੈਂ ਤੁਹਾਨੂੰ ਤੁਸੀਂ ਮੈਨੂੰ ਪੁੱਛੋਗੇ ਸਾਡਾ ਜੀ ਸਰ ਅਸੈਸਮੈਂਟ ਕੀ ਹੈ ਸਾਡੀ ਅਗਰ ਅਸੈਸਮੈਂਟ ਮੈਂ ਸਕੋਰਿੰਗ ਚ ਦਊਂਗਾ ਮੈਂ 25 ਦੇ ਵਿੱਚ ਦਵਾਂ ਫਿਰ ਤਾਂ ਪਤਾ ਲੱਗ ਗਿਆ 25 ਤੋਂ 24 ਹੈ ਜੀ ਮਤਲਬ ਇਹਦੀ ਅਸੈਸਮੈਂਟ ਬਹੁਤ ਵਧੀਆ ਹੈਗੀ 23 ਹੈਗੀ ਉਹ ਵੀ ਵਧੀਆ ਹੈਗੀ ਅਗਰ ਮੈਂ 10 ਦਵਾਂ ਮਤਲਬ ਘੱਟ ਹੈ ਤਾਂ ਸਿੰਪਲ ਹੋ ਗਿਆ ਪਰ ਅਗਰ ਮੈਂ ਸਿਰਫ ਵਰਡਿੰਗ ਦੇ ਵਿੱਚ ਕਹਿ ਦਵਾਂ ਕਿ ਬੱਚਾ ਵਧੀਆ ਹੈਗਾ ਵਧੀਆ ਕਿੰਨਾ ਕੁ ਹੈਗਾ ਇਹ ਬੱਚਾ ਇੰਟੈਲੀਜੈਂਟ ਹੈ ਕਿੰਨਾ ਕੁ ਇੰਟੈਲੀਜੈਂਟ ਹੈ ਤਾਂ ਉੱਥੇ ਨਾ ਸਿੰਪਲੀਫਾਈਡ ਨਹੀਂ ਹੁੰਦਾ ਸੋ ਸਕੋਰਿੰਗ ਦੇ ਨਾਲ ਸਕੋਰਿੰਗ ਇਜ਼ ਸਿੰਪਲੀਫਾਈਡ ਦਾ ਮਤਲਬ ਇਹ ਹੈ ਕਿ ਸਟੂਡੈਂਟ ਨੂੰ ਸਕੋਰ ਦੇ ਬੇਸਿਸ ਦੇ ਉੱਪਰ ਜੱਜ ਕਰਨਾ ਔਰ ਜੱਜ ਕਰਨ ਤੋਂ ਬਾਅਦ ਜਦੋਂ ਉਹਨੇ ਜੌਬਸ ਲਈ ਜਾਣਾਗਾ ਤਾਂ ਜੌਬਸ ਦੇ ਲਈ ਇਹ ਸਕੋਰਿੰਗ ਉਹਦੇ ਲਈ ਔਰ ਕੰਪਨੀਆਂ ਦੇ ਲਈ ਯੂਸਫੁਲ ਹੁੰਦੀ ਹੈ ਕਿ ਚੈੱਕ ਕਰਨਾ ਕਿ ਸਟੂਡੈਂਟ ਵੈਦਰ ਦਾ ਸਟੂਡੈਂਟ ਇਜ਼ ਇੰਟੈਲੀਜੈਂਟ অর ਨਾਟ ਔਰ ਵੈਦਰ ਸ਼ੁਡ ਦਾ ਜੌਬ ਬੀ ਗਿਵਨ ਟੂ ਦਿਸ ਪਰਸਨ অর ਨਾਟ ਜਦੋਂ ਅਸੀਂ ਕਿਤੇ ਅਪਲਾਈ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਰੈਜ਼ੂਮੇ ਜਾਂਦਾ ਉੱਥੇ ਉਹ 'ਚ ਸਾਡਾ ਸਕੋਰ ਚੈੱਕ ਹੁੰਦਾ ਸਾਡਾ ਸਕੋਰ ਕੀ ਹੈਗਾ ਉਸ ਤੋਂ ਬਾਅਦ ਸਾਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਨਾ ਕਿ ਪਹਿਲਾਂ ਇੰਟਰਵਿਊ ਲਈ ਬੁਲਾਇਆ ਜਾਂਦਾ ਹੈ ਉਸ ਤੋਂ ਬਾਅਦ ਤੁਹਾਡਾ ਸਕੋਰ ਚੈੱਕ ਕੀਤਾ ਜਾਂਦਾ ਪਹਿਲਾਂ ਤੁਸੀਂ ਅਪਲਾਈ ਕਰਦੇ ਤੁਹਾਡਾ ਸਕੋਰ ਤੇ ਹੀ ਹੁੰਦਾ ਤੁਹਾਡਾ ਵੀ ਤੁਹਾਡਾ ਕੀ ਸਕੋਰ ਹੈਗਾ ਤੁਹਾਡੇ ਕਿੰਨੇ ਮਾਰਕਸ ਨੇਗੇ ਉਸ ਤੋਂ ਬਾਅਦ ਫਿਰ ਤੁਹਾਨੂੰ ਇੰਟਰਵਿਊ ਲਈ ਬੁਲਾਇਆ ਜਾਂਦਾ ਹੈਗਾ ਤਾਈਓ ਸਕੋਰਿੰਗ ਸਿੰਪਲੀਫਾਈਡ ਹੁੰਦੀ ਹੈ ਜਿਹਦੇ ਨਾਲ ਬੈਨੀਫਿਟ ਸਟੂਡੈਂਟ ਨੂੰ ਵੀ ਹੁੰਦਾ ਹੈਗਾ ਔਰ ਕਿਹਨੂੰ ਹੁੰਦਾ ਹੈਗਾ ਜਦੋਂ ਜੌਬ ਲੈਣੀ ਹੁੰਦੀ ਹੈਗੀ ਤਾਂ ਉਸ ਉਹਨਾਂ EMPLOYER ਨੂੰ ਵੀ ਹੈਲਪ ਮਿਲਦੀ ਹੈਗੀ ਔਰ ਇੱਕ ਹੋਰ ਬੈਨੀਫਿਟ ਹੈ एग्जाम ना एक नेशनल स्टैंडर्डाइज्ड वे है किसी भी स्टूडेंट चेक करना नेशनल स्टैंडर्डाइज्ड वे का मतलब की है हर एक कंट्री दे विच स्टूडेंट ਨੂੰ ਜੱਜ ਕਰਨ ਦੇ ਲਈ ਹਰ ਇੱਕ ਕੰਟਰੀ ਦੇ ਵਿੱਚ ਮੈਂ ਇੰਡੀਆ ਦੀ ਐਗਜ਼ਾਮਪਲ ਦੇ ਸਕਦਾ ਸੀ ਐਗਜ਼ਾਮਪਲ ਕਿ ਇੰਡੀਆ ਦੇ ਵਿੱਚ ਬੱਚੇ ਨੂੰ ਅਗਰ ਅਸੈਸ ਕਰਨਾਗਾ ਤਾਂ ਇੱਕ ਜਿਹੜਾ ਕਾਮਨ ਸਟੈਂਡਰਡਾਈਜ਼ਡ ਵੇ ਹੈ ਦੈਟ ਇਜ਼ ਐਗਜ਼ਾਮ ਕਿਸੇ ਵੀ ਲੈਵਲ ਤੱਕ ਬੱਚੇ ਨੂੰ ਜੌਬ ਦੇਣੀ ਆ ਚਾਹੇ ਉਹ ਸਕੂਲ ਲੈਵਲ ਦਾ ਹੋਵੇ ਚਾਹੇ ਉਹ ਆਈਐਸ ਪੀਸੀਐਸ ਦਾ ਹੋਵੇ ऑफिशियल रैंक ਦਾ ਹੋਵੇ ਚਾਹੇ ਕਲੈਰੀਕਲ ਪੋਸਟ ਹੋਵੇ ਤਾਂ ਉਹਨਾਂ ਦੇ ਲਈ ਇੱਕ ਐਗਜ਼ਾਮ ਰੱਖਿਆ ਜਾਂਦਾ ਹੈਗਾ ਤਾਂ ਕਰਕੇ ਇਹ ਕਾਮਨ ਸਿਸਟਮ ਹੋਣ ਕਰਕੇ ਸਾਰੇ ਇਹਦੇ ਯੂਜ਼ਡ ਟੂ ਹੁੰਦੇ ਨੇਗੇ ਔਰ ਯੂਜ਼ਡ ਟੂ ਹੋਣ ਕਰਕੇ ਕਿਸੇ ਵੀ ਪਰਸਨ ਨੂੰ ਇਹਦੇ ਵਿੱਚ ਕਿਸੇ ਚੀਟਿੰਗ ਦੀ ਜਾਂ ਕਿਸੇ ਨੂੰ ਕਿਸੇ ਵੀ ਡਿਸਪੈਰਿਟੀ ਦੀ ਮਤਲਬ ਧੋਖਾਧੜੀ ਦਾ ਉਹਨੂੰ ਅਹਿਸਾਸ ਨਹੀਂ ਹੁੰਦਾ ਹੈਗਾ ਵੀ ਇਹਦੇ ਵਿੱਚ ਕੁਝ ਹੈ ਕਿਉਂਕਿ ਸਾਰਿਆਂ ਦਾ ਐਗਜ਼ਾਮ ਹੋਣਾਗਾ ਇਹ ਤਾਂ ਹੈ ਨਹੀਂ ਵੀ ਕਿਸੇ ਨੂੰ ਸਿਰਫ ਉਹਦੇ ਨਾਲ ਹੈਲੋ ਹਾਈ ਕੀਤੀ ਉਹਦੀ ਇੰਟਰਵਿਊ ਲਈ ਤੇ ਉਹਨੂੰ ਜੌਬ ਦਿੱਤੀ ਤੇ ਦੂਸਰੇ ਪਰਸਨ ਦਾ ਪੇਪਰ ਲਿਆ ਨਹੀਂ ਅੱਜ ਕਿਸੇ ਵੀ ਐਗਜ਼ਾਮ ਦੇ ਲਈ ਇੰਡੀਆ ਦੀ ਐਗਜ਼ਾਮਪਲ ਦੇ ਦਿਓ ਇੱਥੇ ਫॉर एग्जांपल ਇਨ ਇੰਡੀਆ every exam person is assessed through pen and paper writing exam or MCQ based exams MCQ based ਦੇ ਕੁਐਸਚਨ ਜਾਂ ਫਿਰ ਕੀ ਹੁੰਦੇ ਨੇ ਪੈਨ ਐਂਡ ਪੇਪਰ ਵਾਲੇ ਹੁੰਦੇ ਨੇ ਤੁਹਾਡਾ ਜਿਹੜਾ ਐਗਜ਼ਾਮ ਹੈ IELTS ਐਗਜ਼ਾਮ ਹੈ ਪੈਨ ਐਂਡ ਪੇਪਰ ਵਾਲੇ ਹੋ ਤੁਸੀਂ
पर कंप्यूटराइज्ड भी ਹੁੰਦਾ ਹੈਗਾ लिखना तो ਉਹਦੇ ਵਿੱਚ ਵੀ ਪੈਂਦਾ ਹੈਗਾ ਆਪਣੇ ਤੇ ਪੈਨ ਐਂਡ ਪੇਪਰ ਨੇ ਉਹਦਾ ਤੇ ਕੰਪਿਊਟਰ ਐਂਡ ਟਾਈਪਿੰਗ ਹੁੰਦੀ ਹੈ ਉੱਥੇ ਤਾਂ ਦੇਖੋ ਬੈਨੀਫਿਟ ਇਹ ਹੋ ਗਿਆ ਨੈਸ਼ਨਲ ਸਟੈਂਡਰਡ ਔਰ ਇਹਦੇ ਨਾਲ ਹੀ ਆਪਾਂ ਪੁਆਇੰਟ ਕੀ ਕਰ ਦਿੱਤਾ ਗਿਆ ਰਿਜ਼ਲਟਸ ਕੈਨ ਬੀ ਕੰਪੇਅਰ ਕਿਉਂਕਿ ਪੂਰੇ ਦੇ ਪੂਰੇ ਨੇਸ਼ਨ ਦੇ ਵਿੱਚ ਪੰਜਾਬ ਦੇ ਵਿੱਚ ਬੱਚਾ ਬੈਠਾ ਐਗਜ਼ਾਮ ਦੇ ਰਿਹਾ ਹੈਗਾ 12th ਦੇ ਵਿੱਚ ਜਿਹੜਾ ਉਹਦਾ ਸਕੋਰ ਆਇਆ ਉਹੀ ਹਰਿਆਣੇ ਵਾਲੇ ਬੱਚੇ ਨਾਲ ਦਿੱਲੀ ਵਾਲੇ ਦੇ ਨਾਲ ਜਾਂ ਹੋਰ ਕਿਸੇ ਵੀ ਸਟੇਟ ਦੇ ਬੱਚਿਆਂ ਦੇ ਨਾਲ ਕੰਪੇਅਰ ਕੀਤਾ ਜਾ ਸਕਦਾ ਸੀਬੀਐਸਈ ਬੋਰਡ ਦੇਖੋ ਸੈਂਟਰਲ ਬੋਰਡ ਹੈਗਾ ਇੰਡੀਆ ਦਾ ਹੈ ਨਾ सीबीएसई बोर्ड सीबीएसई बोर्ड ਦੇ ਅੰਦਰ ਅਗਰ ਕਿਸੇ ਬੱਚੇ ਦਾ ਸਕੋਰ ਅੱਜ 90% ਆਇਆ ਹੈਗਾ ਤਾਂ ਉਹ ਪੂਰਾ ਦਾ ਪੂਰਾ ਕੰਪੇਅਰ ਕਿਹਦੇ ਨਾਲ ਹੋਵੇਗਾ ਜਿਹੜਾ ਵੀ ਬੱਚਾ ਸੀਬੀਐਸਈ ਬੋਰਡ ਦੇ ਅੰਡਰ ਪੜਿਆ ਪੂਰਾ ਨੈਸ਼ਨਲ ਲੈਵਲ ਦੇ ਉੱਪਰ ਹੋ ਗਿਆ ਤਾਂ ਉੱਥੇ ਬੱਚੇ ਦਾ ਜੋ ਨੌਲੇਜ ਦਾ ਲੈਵਲ ਹੈ ਉਹ ਕੱਲਾ ਪੰਜਾਬ ਤੱਕ ਨਹੀਂ ਕਿਸੇ ਇੱਕ ਏਰੀਆ ਤੱਕ ਨਹੀਂ ਪੂਰੇ ਦੇ ਪੂਰੇ ਨੇਸ਼ਨ ਤੱਕ ਪਤਾ ਲੱਗ ਜਾਂਦਾ ਕਿ ਬੱਚੇ ਦਾ ਲੈਵਲ ਕੀ ਦੇਖੋ ਕਿੰਨੇ ਬੈਨੀਫਿਟਸ ਨੇ ਸੋ ਐਗਜ਼ਾਮ ਦੇ ਨਾਲ ਬੱਚਾ ਟਾਈਮ ਇਫੈਕਟਿਵ ਵੇ ਹੁੰਦਾ ਹੈਗਾ ਇਹ ਕੰਟਰੋਲਡ ਵੇ ਹੁੰਦਾ ਜਿਸ ਬੱਚੇ ਦੀ ਨੌਲੇਜ ਦਾ ਥੋੜੇ ਟਾਈਮ ਦੇ ਵਿੱਚ ਹੀ ਪਤਾ ਲੱਗ ਜਾਂਦਾ ਹੈਗਾ ਸਕੋਰਿੰਗ ਹੋਣ ਕਰਕੇ ਉਹਦੇ ਲਈ ਬੈਨੀਫਿਟ ਹੁੰਦਾ ਹੈਗਾ ਜਿਹਨੇ ਉਹਨੂੰ ਜੌਬ ਦੇਣੀ ਹੈ ਉਹਦੇ ਲਈ ਬੈਨੀਫਿਟ ਹੁੰਦਾ ਹੈਗਾ ਪਲੱਸ ਐਗਜ਼ਾਮ ਇੱਕ ਅਜਿਹਾ ਕਾਮਨ ਸਟੈਂਡਰਡਾਈਜ਼ਡ ਵੇ ਹੈ ਜਿਹਦੇ ਨਾਲ ਉਹ ਬੱਚਾ ਆਪਣੇ ਆਪ ਨੂੰ ਪੂਰੇ ਨੇਸ਼ਨ ਦੇ ਨਾਲ ਕੰਪੇਅਰ ਕਰਕੇ ਵੇਖ ਸਕਦਾ ਹੈਗਾ ਜਿਹੜਾ ਕਿ ਹੋਰ ਕਿਸੇ ਚੀਜ਼ ਦੇ ਵਿੱਚ ਪੋਸੀਬਲ ਨਹੀਂ ਹੈਗਾ ਸਿਰਫ ਵਰਬਲ ਕਿਸੇ ਨੂੰ ਅਸੈਸਮੈਂਟ ਦੇਣੀ ਕਿ ਬੱਚਾ ਵਧੀਆ ਹੈਗਾ ਉਹਦੇ ਨਾਲ ਉਹਨੂੰ ਜੌਬ ਨਹੀਂ ਮਿਲਦੀਗੀ ਉਹਦੇ ਨਾਲ ਉਹਦਾ ਲਾਈਫ ਸਿਕਿਉਰ ਨਹੀਂ ਹੁੰਦੀਗੀ ਸਕੋਰਿੰਗ ਦੇ ਨਾਲ ਜਿਹੜੀ ਕਿ ਸਿੰਪਲੀਫਾਈਡ ਫਾਰਮ ਹੈ ਬੱਚੇ ਦੀ ਨੌਲੇਜ ਚੈੱਕ ਕਰਨ ਦਾ ਉਹਦੇ ਨਾਲ ਹੀ ਮਿਲਦੀ ਹੈਗੀ ਪਲੱਸ ਇੱਕ ਐਗਜ਼ਾਮ ਕੀ ਹੁੰਦਾ ਹੈਗਾ ਕੰਟਰੋਲਡ ਕੰਡੀਸ਼ਨਸ ਹੁੰਦੀਆਂ ਨੇਗੀਆਂ ਪੂਰੇ ਰੂਲਸ ਰੈਗੂਲੇਸ਼ਨਸ ਫੋਲੋ ਕਰਨੇ ਪੈਂਦੇ ਨੇਗੇ ਇਹਦੇ ਨਾਲ ਬੈਨੀਫਿਟ ਕੀ ਹੁੰਦਾ ਕਿ ਬੱਚੇ ਨੂੰ ਚੀਟਿੰਗ ਨਹੀਂ ਕਰਨੀ ਪੈਂਦੀਗੀ ਜਾਂ ਉਹਨੂੰ ਚੀਟਿੰਗ ਕਰਨ ਨਹੀਂ ਦਿੱਤੀ ਜਾਂਦੀ ਪਲੈਗਰਿਜ਼ਮ ਨਹੀਂ ਹੁੰਦਾ ਤੇ ਜੇ ਬੱਚਾ ਓਨੈਸਟਲੀ ਐਗਜ਼ਾਮ ਦਿੰਦਾ ਹੈਗਾ ਸਕੋਰ ਵਧੀਆ ਆਉਂਦਾ ਹੈਗਾ ਤਾਂ ਦਾ ਮਤਲਬ ਕਿ ਉਹ ਨੌਲੇਜ ਹੈਗੀ ਦੇਖੋ ਕਿੰਨੇ ਬੈਨੀਫਿਟਸ ਨੇ ਹੈਗੇ ਨੇ ਪਰ ਹਾਂ ਮੈਨੂੰ ਪਤਾ ਉੱਪਰ ਆਪਾਂ ਬੋਲੀਏ ਨਾ ਐਗਜ਼ਾਮ ਸਾਨੂੰ ਕਿਸੇ ਨੂੰ ਪਸੰਦ ਨਹੀਂ ਆਏਗੀ ਠੀਕ ਹੈ ਜੀ ਹੁਣ ਆਪਾਂ ਇਹਦੇ ਅਗੇਂਸਟ ਜਾਂਦੇ ਹਾਂ ਕਿ ਕਿਉਂ ਐਗਜ਼ਾਮ ਨਾ ਹੋਣ ਜੋ ਚੀਜ਼ਾਂ ਮੈਂ ਬਾਕਸ ਵਿੱਚ ਲਿਖੀਆਂ ਨੇ ਪਲੀਜ਼ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਇਹ ਸਾਡੇ ਕੀਵਰਡਸ ਨੇ ਇਹਨਾਂ ਨੂੰ ਚਾਹੇ ਨੰਬਰਿੰਗ ਕਰ ਲਓ ਨਾ ਤੁਸੀਂ ABC ਕਰ ਲਓ ਤੁਸੀਂ ਤਾਂ ਇਹੀ ਸਾਡੇ ਪੁਆਇੰਟਸ ਬਣ ਗਏ ਮੇਨਲੀ ਜੇ ਦੇਖਿਆ ਜਾਵੇ ਇਹਨਾਂ ਦੇ ਹਿਸਾਬ ਨਾਲ ਨਾ ਜਾਈਓ 1 2 3 ਤਾਂ ਜਸਟ ਮੈਂ ਵੈਸੇ ਲਿਖੇ ਨਹੀਂਗੇ ਜਿਹੜੇ ਆ ਬਾਕਸਸ ਨੇਗੇ ਇਹਨਾਂ ਤੋਂ ਪਤਾ ਲੱਗਦਾ ਇਹ ਸਾਡੇ ਕੀਵਰਡਸ ਨੇ ਕੀਵਰਡਸ ਅਗੇਂਸਟ ਜਾਓ ਸਮ ਪੀਪਲ ਹੁਣੇ ਸਮਝੋ ਕਿ ਲੋਕਾਂ ਦੀ ਗੱਲ ਆ ਗਈ ਹੁਣ ਕੀ ਇੱਥੇ ਐਗਜ਼ਾਮ ਦੀ ਗੱਲ ਕੀਤੀ ਹੋਈ ਹੈ ਕਿ ਬੱਚਿਆਂ ਦੇ ਐਗਜ਼ਾਮ ਦੀ ਨਹੀਂ ਰਾਜੇ ਅਗਰ ਇੱਥੇ ਸਕੂਲ ਦੀ ਗੱਲ ਹੁੰਦੀ ਫਿਰ ਆਪਾਂ ਮੈਂ ਪੀਪਲ ਨਾਲ ਲਿਖਦਾ ਮੈਂ ਇੱਥੇ ਸਟੂਡੈਂਟਸ ਲਿਖਦਾ ਮੈਂ ਇੱਥੇ ਅਗਰ ਉੱਥੇ ਸਕੂਲ ਦੀ ਗੱਲ ਹੁੰਦੀ ਪਰ ਐਗਜ਼ਾਮ ਤਾਂ ਕੱਲੇ ਸਕੂਲ ਦੇ ਵਿੱਚ ਨਹੀਂ ਹੁੰਦੀ ਕਿ ਕੰਪੀਟੀਟਿਵ ਐਗਜ਼ਾਮ ਵੀ ਹੁੰਦੇ ਨੇ ਉਹਦੇ ਵਿੱਚ ਤਾਂ ਕਿੰਨੀ ਏਜ ਦੇ ਹੁੰਦੇ ਨੇ ਸੋ ਸਮ ਪੀਪਲ ਸਫਰ ਫਰਮ ਨਰਵਸ ਇਹ ਇੱਕ ਛੋਟੀ ਜੀ ਈਡੀਅਮ ਹੈ ਵੈਸੇ ਆਪਾਂ ਈਡੀਅਮ ਨਹੀਂ ਯੂਜ਼ ਕਰ ਸਕਦੇ ਪਰ ਇਹ ਹੈ ਦਿਖਦਾ ਈਡੀਅਮ ਵਰਗਾ ਪਰ ਇਹ ਸਿੰਪਲ ਵਰਡਸ ਇਕੱਠੇ ਕੀਤੇ ਹੋਏ ਨੇਗੇ ਸੋ ਸਫਰ ਫਰਮ ਨਰਵਸ ਵੈਨ ਦੇ ਆਰ ਅੰਡਰ ਪ੍ਰੈਸ਼ਰ ਸਫਰ ਫਰਮ ਨਰਵ ਦਾ ਮਤਲਬ ਹੁੰਦਾ ਡਿਪਰੈਸ਼ਨ ਟੈਨਸ਼ਨ ਵਗੈਰਾ ਨਹੀਂ ਜਦੋਂ ਐਗਜ਼ਾਮ ਹੁੰਦਾ ਤਾਂ ਬਹੁਤ ਸਾਰੇ ਲੋਕ ਖਾਸ ਤੌਰ ਦੇ ਉੱਪਰ ਸਟੂਡੈਂਟਸ ਟੈਨਸ਼ਨ ਚ ਆ ਜਾਂਦੇ ਨੇ ਜਦੋਂ ਪ੍ਰੈਸ਼ਰ ਹੁੰਦਾ ਨਾ ਪ੍ਰੈਸ਼ਰ ਕਲਾਸਰੂਮ 'ਚ ਵਧੀਆ ਹੁੰਦਾ ਪਰ ਜਦੋਂ ਐਗਜ਼ਾਮ ਹੁੰਦਾ ਹੈਗਾ ਉਦੋਂ ਫਿਰ ਪ੍ਰੈਸ਼ਰ ਦੇ ਵਿੱਚ ਆ ਕੇ ਕੀ ਹੁੰਦਾ ਹੈਗਾ ਜਿਹੜਾ ਪਰਫਾਰਮੈਂਸ ਹੁੰਦੀ ਆ ਉਹਨਾਂ ਦੀ ਉਹ ਆਮ ਦੇ ਨਾਲੋਂ ਬੁਰੀ ਚੱਲ ਜਾਂਦੀ ਆ ਆਪਾਂ ਆਮ ਤੌਰ ਤੇ ਆਪਾਂ ਗੱਲ ਕਰਦੇ ਹਾਂ ਵੀ ਇਹ ਇੰਨੀ ਵਧੀਆ ਇਹਦੀ ਸਪੀਕਿੰਗ ਸੀਗੀ ਬੱਚੇ ਦੀ ਆਪਾਂ ਆਇਲਸ ਐਗਜ਼ਾਮ ਦੀ ਗੱਲ ਕਰੀਏ ਤੇ ਬੱਚੇ ਦੀ ਇੰਨੀ ਵਧੀਆ ਸਪੀਕਿੰਗ ਉੱਥੇ ਕੀ ਹੋ ਗਿਆ ਕਿਉਂਕਿ ਉੱਥੇ 1 to 1 ਹੁੰਦਾ ਤੇ ਬਗਾਨੇ ਬੈਠੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਜਾਣਦੇ ਨਹੀਂ ਹੁੰਦੇ ਫਸਟ ਟਾਈਮ ਮਿਲਣਾ ਹੁੰਦਾ ਕਹਾਵਤ ਹੁੰਦੀ ਹੈ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ ਵੈਸੇ ਉਹ ਚੀਜ਼ ਉੱਥੇ ਬਿਲਕੁਲ ਸੂਟੇਬਲ ਹੈ ਜਿੱਥੇ ਆਪਾਂ ਥੋੜੇ ਟਾਈਮ ਦੇ ਲਈ ਕਿਸੇ ਪਰਸਨ ਨੂੰ ਮਿਲਣਾ ਹੈ ਜਿਹਨੂੰ ਆਪਾਂ ਦੁਬਾਰਾ ਨਹੀਂ ਮਿਲਣਾ ਹੁਣ ਕਲਾਸਰੂਮ ਦੇ ਵਿੱਚ ਟੀਚਰ ਨਾਲ ਤੁਸੀਂ ਯੂਜ਼ਡ ਟੂ ਹੋ ਜਾਂਦੇ ਹੋ ਤਾਂ ਇਹ ਫੀਲ ਨਹੀਂ ਹੁੰਦਾ ਹੈਗਾ ਪਰ ਜਦੋਂ ਐਗਜ਼ਾਮ 'ਚ ਜਾਣਾ ਤਾਂ ਫਿਰ ਪ੍ਰੈਸ਼ਰ ਹੋ ਜਾਂਦਾ ਹੈ ਸੋ ਜਦੋਂ ਕੋਈ ਪਰਸਨ ਪ੍ਰੈਸ਼ਰ ਦੇ ਵਿੱਚ ਆਉਂਦਾ ਹੈਗਾ ਤਾਂ ਸਫਰ ਫਰਮ ਦਾ ਨਰਵਸ ਮਤਲਬ ਉਹ ਡਿਪਰੈਸ਼ਨ ਦੇ ਵਿੱਚ ਜਾ ਸਕਦਾ ਹੈਗਾ ਸਟ੍ਰੈਸਫੁਲ ਹੋ ਸਕਦਾ ਹੈਗਾ ਜਿਹਦੇ ਨਾਲ ਕੀ ਪ੍ਰੋਬਲਮ ਆਏਗੀ ਉਹ ਆਮ ਦੇ ਨਾਲੋਂ ਯੂਜ਼ਲ ਦੇ ਨਾਲੋਂ ਜਿਹੜਾ ਉਹਦਾ ਪਰਫਾਰਮੈਂਸ ਹੈ ਉਹ ਬੁਰੀ ਹੋ ਜਾਂਦੀ ਹੈ ਮੰਨਦੇ ਹੋਗੇ ਸਾਰੇ ਆਪਾਂ ਮੰਨਦੇ ਆਂਗੇ It's wrong to assess people when they are not performing the best ਬਹੁਤ ਸੋਹਣਾ ਪੁਆਇੰਟ ਹੈਗਾ ਇਹ ਦੇਖੋ ਐਗਜ਼ਾਮ ਦਾ ਇੱਕ ਪਾਰਟਿਕੂਲਰ ਟਾਈਮ ਹੁੰਦਾ ਮੈਂ ਪਲੱਸ 2 ਦੇ ਐਗਜ਼ਾਮ ਦੀ ਗੱਲ ਕਰਾਂ ਫੈਬਰੂਅਰੀ ਦੇ ਵਿੱਚ ਐਗਜ਼ਾਮਸ ਹੋ ਜਾਂਦੇ ਨੇਗੇ ਫੈਬਰੂਅਰੀ ਮਾਰਚ ਦੇ ਵਿੱਚ ਕੀ ਹਰ ਇੱਕ ਸਟੂਡੈਂਟ ਤੋਂ ਪ੍ਰਪੇਅਰ ਹੁੰਦਾ ਹੈਗਾ ਨਹੀਂ ਹਰ ਇੱਕ ਪਰਸਨ ਦੀ ਲਰਨਿੰਗ ਸਕਿੱਲ ਡਿਫਰੈਂਟ ਹੁੰਦੀ ਹੈ ਦੂਸਰੇ ਦੇ ਨਾਲ ਇਸ ਲਈ ਇਹ ਬਿਲਕੁਲ ਗਲਤ ਹੁੰਦਾ ਹੈਗਾ ਲੋਕਾਂ ਨੂੰ ਬੱਚਿਆਂ ਨੂੰ ਜਾਂ ਸਟੂਡੈਂਟਸ ਨੂੰ ਅਸੈਸ ਕਰਨਾ ਜਾਂਚਣਾ
ਜਦੋਂ ਉਹ ਆਪਣਾ ਪਰਫਾਰਮੈਂਸ ਵਧੀਆ ਨਹੀਂ ਦੇ ਰਹੇ ਹੁੰਦੇ। ਆਪਾਂ ਨੇ ਕ੍ਰਿਕਟ ਦੀ ਗੱਲ ਕਰੀਏ, ਵਿਰਾਟ ਕੋਹਲੀ ਬਹੁਤ ਵਧੀਆ ਪਲੇਅਰ ਹੈਗਾ, ਪਰ ਕੀ ਉਹਦੀ ਜਿਹੜੀ ਪਰਫਾਰਮੈਂਸ ਹੈਗੀ ਹਮੇਸ਼ਾ ਹੀ ਵਧੀਆ ਰਹਿੰਦੀ ਹੈਗੀ? ਨਹੀਂ। ਜਿਹੜੇ ਸਿਆਣੇ ਨੇ ਹੁੰਦੇ ਵੀ ਉਹਦੀ ਪਰਫਾਰਮੈਂਸ ਵਧੀਆ ਨਹੀਂ ਹੈਗੀ ਅਗਰ ਹੁਣ ਆ 5-6 ਮਹੀਨਿਆਂ ਦੇ ਵਿੱਚ, ਤਾਂ ਉਹਨੂੰ ਉਸ ਪਰਫਾਰਮੈਂਸ ਦੇ ਬੇਸਿਸ ਦੇ ਉੱਪਰ ਟੀਮ ਦੇ ਵਿੱਚ ਰੱਖਿਆ ਜਾਂ ਕੱਢਿਆ ਨਹੀਂ ਜਾਂਦਾ ਹੈਗਾ। ਉਹਦੀ ਜਿਹੜਾ ਬੈਕ ਹੈ, ਉਹਦੀ ਜਿਹੜੇ ਕੁਝ ਪਹਿਲਾਂ ਉਹਨੇ ਪਰਫਾਰਮੈਂਸ ਕੀਤਾ ਲੌਂਗ ਰਨ ਦੇ ਵਿੱਚ, ਉਹਨੂੰ ਜੱਜ ਕੀਤਾ ਜਾਂਦਾ। ਸੋ ਉਹੀ ਪੁਆਇੰਟ ਇੱਥੇ ਹੈਗਾ, ਜਦੋਂ ਕਿਸੇ ਬਈ ਲੋਕਾਂ ਨੂੰ ਇੱਕੋ ਟਾਈਮ ਦੇ ਉੱਪਰ ਜੱਜ ਕੀਤਾ ਜਾਂਦਾ, ਪਲੱਸ ਉਦੋਂ ਜੱਜ ਕੀਤਾ ਜਾਂਦਾ ਜਦੋਂ ਉਹ ਪਰਫਾਰਮੈਂਸ ਵਧੀਆ ਨਹੀਂ ਦੇ ਰਹੇਗੇ, ਤਾਂ ਇਹ ਬਿਲਕੁਲ ਗਲਤ ਹੈ। ਉਵੇਂ ਆਪਾਂ ਕੀ ਕਹਾਂਗੇ ਕਿ ਹਰ ਇੱਕ ਸਟੂਡੈਂਟ ਦਾ ਐਵਰੀ ਪਰਸਨਸ ਐਬਿਲਿਟੀ ਐਂਡ knowledge is different from other, that is why no one should be assessed equally or and at the same time। ਨਾ ਇੱਕੋ ਟਾਈਮ ਦੇ ਉੱਪਰ ਉਹਨੂੰ ਜੱਜ ਕੀਤਾ ਜਾਣਾ ਚਾਹੀਦਾ ਤੇ ਨਾ ਹੀ ਉਹਨਾਂ ਨੂੰ ਇੱਕੋ ਤਰੀਕੇ ਦੇ ਨਾਲ ਜੱਜ ਕਰਨਾ ਚਾਹੀਦਾ ਹੈਗਾ। ਇੱਕ ਹੁੰਦੀ ਹੈ ਇਕੁਐਲਿਟੀ, ਇੱਕ ਹੁੰਦੀ ਹੈ ਇਕੁਇਟੀ। ਇਕੁਐਲਿਟੀ ਤੇ ਇਕੁਇਟੀ ਦਾ ਮਤਲਬ ਕੀ ਹੁੰਦਾ ਹੈਗਾ? ਇਕੁਐਲਿਟੀ ਦਾ ਵੀ ਸਭ ਨੂੰ ਬਰਾਬਰ ਦੇ ਅਧਿਕਾਰ ਨੇਗੇ, ਤੇ ਇਕੁਇਟੀ ਦਾ ਮਤਲਬ ਬਰਾਬਰ ਦੇ ਅਧਿਕਾਰ ਵੀ ਹੈਗੇ ਨੇ, ਪਰ ਉਹਨਾਂ ਨੂੰ ਬਰਾਬਰ ਦਾ ਲੈਵਲ ਵੀ ਹੁੰਦਾ ਹੈਗਾ। ਇਕੁਐਲਿਟੀ ਦਾ ਇਹ ਹੈ ਕਿ ਸਾਰੇ ਦੇ ਸਾਰੇ ਅਗਰ ਕਲਾਸਰੂਮ ਦੇ ਵਿੱਚ 10 ਬੱਚੇ ਨੇ, 10 ਬੱਚਿਆਂ ਦਾ ਐਗਜ਼ਾਮ ਇੱਕੋ ਦਿਨ ਹੋਏਗਾ, ਦਿਸ ਇਜ਼ ਇਕੁਐਲਿਟੀ, ਬਿਨਾਂ ਕਿਸੇ ਭੇਦਭਾਵ ਤੋਂ। ਇਕੁਇਟੀ ਹੁੰਦਾ ਹੈਗਾ ਕਿ ਪਹਿਲਾਂ ਬੱਚਿਆਂ ਨੂੰ ਇੱਕੋ ਲੈਵਲ ਤੇ ਲੈ ਕੇ ਆਇਆ ਜਾਂਦਾ ਹੈਗਾ, ਫਿਰ ਐਗਜ਼ਾਮ ਲਿਆ ਜਾਂਦਾ ਹੈਗਾ, ਦਿਸ ਇਜ਼ ਇਕੁਇਟੀ। ਸੋ ਇਕੁਐਲਿਟੀ ਦੇ ਨਾਲੋਂ ਸਾਨੂੰ ਕੀ ਚਾਹੀਦੀ ਹੈ ਕਿ ਆਹ ਵਰਡ ਅਲੱਗ ਤੋਂ ਲਿਖ ਲਿਓ, ਇਕੁਇਟੀ। ਇੱਥੇ ਇਹਨੂੰ ਨਾ ਚਾਹੇ ਇਹਨੂੰ ਸਮ ਅਪ ਕਰ ਦਿਓ, ਕਨਕਲੂਜਨ ਦੇ ਵਿੱਚ ਲਿਖ ਦਿਓ। So there should be no equality, so there should be equity, so there should be equity rather than equality in the examination system। कि equity होनी चाहिए ना कि equality होनी चाहिए examination में। Okay, next point है continuous assessment over the year is a better representation of people's work। कहते जो सब तो ਵਧੀਆ ਤਰੀਕਾ ਕੀ ਹੈ ਬੱਚੇ ਨੂੰ ਜੱਜ ਕਰਨ ਦਾ, ਉਹ ਹੈ ਵੀ ਕੰਟੀਨਿਊਅਲ ਅਸੈਸਮੈਂਟ। ਸਾਨੂੰ ਨਾ ਕਲਾਸ ਦੇ ਵਿੱਚ ਜਿਵੇਂ ਮੰਥਲੀ ਟੈਸਟ ਦੇ ਉੱਪਰ ਬੇਸ ਦੇ ਉੱਪਰ ਅਸੈਸਮੈਂਟ ਲੱਗਦੀ ਹੈ ਸਾਡੀ। ਅਸੈਸਮੈਂਟ ਆਮ ਤੌਰ ਦੇ ਉੱਪਰ ਐਗਜ਼ਾਮ 'ਚ 25 ਮਾਰਕਸ ਦੀ ਹੁੰਦੀ ਹੈ। ਉਹ ਕੀ ਹੁੰਦੀ ਹੈ? ਉਹ 25% ਤੁਹਾਡਾ ਐਗਜ਼ਾਮ ਦੇ ਬੇਸ ਤੇ ਨਹੀਂ ਹੁੰਦਾ, ਉਹ ਤੁਹਾਡਾ ਥਰੂ ਆਊਟ ਈਅਰ ਜਿਹੜਾ ਤੁਸੀਂ ਪਰਫਾਰਮੈਂਸ ਦਿੱਤੀ ਹੈਗੀ। ਹੁਣ ਤਾਂ ਸਮੈਸਟਰ ਚੱਲ ਪਿਆ, ਉਹ 6 ਮਹੀਨਿਆਂ ਦੇ ਜਿਹੜਾ ਵੀ ਤੁਸੀਂ ਕੁਝ ਕੀਤਾ, ਤੁਹਾਡਾ ਬਿਹੇਵੀਅਰ, ਤੁਹਾਡੀ ਕਲਾਸ ਪਰਫਾਰਮੈਂਸਸ, ਤੁਹਾਡੀ ਪਾਰਟਿਸਿਪੇਸ਼ਨ, ਇਹਦੇ ਬੇਸ ਦੇ ਉੱਪਰ ਤੁਹਾਡੀ ਅਸੈਸਮੈਂਟ ਲੱਗਦੀ ਹੈ। ਸੋ ਕੰਟੀਨਿਊਅਲ ਅਸੈਸਮੈਂਟ ਤਾਂ ਬਣ ਗਈ ਇਹੀ, ਜੋ ਪੂਰੀ ਦੀ ਪੂਰੀ ਲਗਾਤਾਰ ਚੱਲਦਾ ਰਹਿੰਦਾ ਓਵਰ ਦਾ ਈਅਰ ਇਜ਼ ਅ ਬੈਟਰ ਰਿਪਰੈਜ਼ੈਂਟੇਸ਼ਨ। ਇਹ ਵਧੀਆ ਵੇ ਹੈ ਉਹਨਾਂ ਲੋਕਾਂ ਦੇ ਵਰਕ ਨੂੰ ਜਾਣਨ ਦੀ, ਉਹਨਾਂ ਦੇ ਐਕਸਪੀਰੀਅੰਸ ਨੂੰ, ਉਹਨਾਂ ਦੀ ਜਿਹੜੀ ਨੌਲੇਜ ਹੈ ਉਹ ਵਾਲੀ ਚੀਜ਼ ਨੂੰ ਜਾਣਨ ਦੀ। ਸਮਝ ਗਏ ਪੁਆਇੰਟ? ਇਹ ਕੰਟੀਨਿਊਅਸ ਅਸੈਸਮੈਂਟ ਇਹ ਕਹਿ ਰਿਹਾ ਹੈਗਾ, ਇਹਦੇ ਪੁਆਇੰਟ ਦੇ ਆਪੋਜ਼ਿਟ, ਸੌਰੀ ਇਸ ਪੁਆਇੰਟ ਦੇ ਆਪੋਜ਼ਿਟ, ਕਿ ਐਗਜ਼ਾਮ ਦੀ ਜਗ੍ਹਾ ਦੇ ਉੱਪਰ ਜਿਹੜੀ ਕੰਟੀਨਿਊਅਸ ਅਸੈਸਮੈਂਟ ਹੈ ਉਹ ਬੈਟਰ ਵੇ ਹੈ। ਉਹ ਐਗਜ਼ਾਮ ਜ਼ਿਆਦਾ ਵਧੀਆ ਨਹੀਂ ਹੈਗਾ, ਕੰਟੀਨਿਊਅਸ ਅਸੈਸਮੈਂਟ ਜ਼ਿਆਦਾ ਵਧੀਆ ਹੈਗੀ ਕਿ ਉਹਨੇ ਪੂਰੇ ਦੇ ਪੂਰੇ ਸਾਲ ਦੇ ਵਿੱਚ ਕੀ ਕੁਝ ਕੀਤਾ ਹੈਗਾ। ਉਸ ਤੋਂ ਬਾਅਦ ਐਗਜ਼ਾਮ ਡੂ ਨਾਟ ਅਸੈਸ ਐਬਿਲਿਟੀ। ਫਿਰ ਉਹੀ ਚੀਜ਼ ਆ ਗਈ ਰਾਜੇ, ਆਪਾਂ ਇਧਰ ਇੱਕ ਪੁਆਇੰਟ ਲਿਖਿਆ ਸੀਗਾ ਕਿ ਇਹਦੇ ਨਾਲ ਟਾਈਮ ਇਫੈਕਟਿਵ ਇਹ ਹੋਣ ਕਰਕੇ ਬੱਚੇ ਦੀ ਜਾਂ ਲੋਕਾਂ ਦੀ ਐਬਿਲਿਟੀ ਤੇ ਨੌਲੇਜ ਪਤਾ ਲੱਗਦੀ ਹੈ। ਪਰ ਅਸੀਂ ਵੀ ਕਹਿੰਦੇ ਆਂਗੇ ਕਿ ਜਿਹੜਾ ਐਗਜ਼ਾਮ ਹੁੰਦਾ ਉਹ ਤਾਂ ਸਿਰਫ ਰਟੀਫਿਕੇਸ਼ਨ ਹੈਗੀ, ਮੈਮਰੀ ਚੈੱਕ ਹੁੰਦੀ ਹੈ, ਬੰਦੇ ਦੀ ਨੌਲੇਜ ਤਾਂ ਨਹੀਂ ਚੈੱਕ ਹੁੰਦੀ। ਵਾਕਈ ਸਹੀ ਗੱਲ ਹੈ, ਨੌਲੇਜ ਨਹੀਂ ਚੈੱਕ ਹੁੰਦੀ ਉਹਦੇ ਨਾਲ, ਉਹਦਾ ਪਤਾ ਲੱਗਦਾ ਕਿ ਬੱਚੇ ਦੀ ਮੈਮੋਰਾਈਜੇਸ਼ਨ ਕਿਵੇਂ ਹੈਗੀ। ਹੁਣ ਇਹ 'ਚ ਦੋ ਚੀਜ਼ਾਂ ਆਪੋਜ਼ਿਟ ਕਰ ਦਿੱਤੀਆਂ। ਕੀ ਕਹਿ ਗਿਆ ਕਿ ਐਗਜ਼ਾਮ ਡੂ ਨਾਟ ਅਸੈਸ ਐਬਿਲਿਟੀ, ਓਨਲੀ ਨੌਲੇਜ। ਇਹਦਾ ਸਿਰਫ ਪਤਾ ਲੱਗਦਾ ਹੈਗਾ, ਜਾਂ ਇੱਥੇ ਨਾ ਨੌਲੇਜ ਹੈਗਾ ਦੇਖੋ ਥੋੜਾ ਸੌਖਾ ਕਰ ਦਈਏ, ਓਨਲੀ ਮੈਮਰੀ ਥੋੜਾ ਜ਼ਿਆਦਾ ਈਜ਼ੀ ਰਹੇਗਾ ਇਹ। ਐਗਜ਼ਾਮ ਕਦੇ ਵੀ ਕਿਸੇ ਦੀ ਐਬਿਲਿਟੀ ਚੈੱਕ ਨਹੀਂ ਕਰਦਾ, ਉਹਦੇ 'ਚ ਕਿੰਨੀ ਕੁ ਕਾਬਲੀਅਤ ਹੈ, ਕਿੰਨੀ ਕੁ ਯੋਗਤਾ ਹੈ, ਸਿਰਫ ਉਹਦੀ ਮੈਮਰੀ ਚੈੱਕ ਕੀਤੀ ਜਾਂਦੀ ਹੈ ਵੀ ਕਿੰਨਾ ਵਧੀਆ ਉਹ ਕ੍ਰੈਮ ਕਰ ਸਕਦਾ ਹੈਗਾ, ਕਿੰਨਾ ਕੁ ਵਧੀਆ ਯਾਦ ਕਰ ਸਕਦਾ ਹੈਗਾ। ਮੈਂ ਜਿਹੜੇ ਕੋਟੇਸ਼ਨਸ ਹੁੰਦੀਆਂ ਉਹਨੂੰ ਬਹੁਤ ਸੋਹਣੇ ਢੰਗ ਨਾਲ ਯਾਦ ਕਰਦਾ ਸੀਗਾ। ਇਨਫੈਕਟ ਮੇਰੇ ਕਲਾਸ ਦੇ ਵਿੱਚ ਮਾਸਟਰ ਦੇ ਵਿੱਚ ਸਕੋਰ ਵੀ ਮੇਰਾ ਵਧੀਆ ਹੁੰਦਾ ਸੀਗਾ, ਬਾਕੀ ਬॉयਜ਼ ਦੇ ਮੁਕਾਬਲੇ, ਗਰਲਸ ਦੇ ਮੁਕਾਬਲੇ ਨਹੀਂ, ਬॉयਜ਼ ਦੇ ਮੁਕਾਬਲੇ। ਪਰ ਜਦੋਂ ਨੈਟ ਕਲੀਅਰ ਹੋਇਆ ਸੀਗਾ, ਮਾਸਟਰ ਲੈਵਲ ਦੇ ਉੱਪਰ ਹੁੰਦਾ ਹੈਗਾ, ਉਹ ਮੇਰੇ ਨਾਲ ਦੇ ਫਰੈਂਡ ਦਾ ਜਿਹਦਾ ਕਿ ਸਕੋਰ ਮੇਰੇ ਨਾਲੋਂ ਘੱਟ ਹੁੰਦਾ ਸੀਗਾ। ਰੀਜ਼ਨ ਕੀ ਹੈਗਾ ਕਿ ਮੇਰੀ ਮੈਮਰੀ ਠੀਕ ਸੀਗੀ, ਵਧੀਆ ਹੈਗੀ, ਪਰ ਉਹਦੀ ਜਿਹੜੀ ਐਬਿਲਿਟੀ ਸੀਗੀ, ਅੰਡਰਸਟੈਂਡਿੰਗ ਸੀ, ਉਹ ਜ਼ਿਆਦਾ ਵਧੀਆ ਸੀਗੀ ਉਹਦੀ। ਰਿਐਲਿਟੀ ਹੈਗੀ ਇਹ। ਸੋ ਐਗਜ਼ਾਮਸ ਕਦੇ ਵੀ ਐਬਿਲਿਟੀ ਚੈੱਕ ਨਹੀਂ ਕਰਦੇਗੀ, ਉਹਦਾ ਸਿਰਫ ਮੈਮੋਰਾਈਜੇਸ਼ਨ ਚੈੱਕ ਕਰਦਾ ਹੈਗਾ। A person's ਕਿਉਂ person's potential cannot be assessed in exam। ਇਸੇ ਲਈ ਕੀ ਕਹਿ ਸਕਦੇ ਹਾਂ ਕਿ ਕਦੇ ਵੀ ਇੱਕ ਐਗਜ਼ਾਮ ਦੇ ਵਿੱਚ ਕਿਸੇ ਵੀ ਪਰਸਨ ਦਾ ਪੋਟੈਂਸ਼ੀਅਲ ਦਾ ਮਤਲਬ ਕੀ ਬਣ ਗਿਆ, ਉਹਦੀ ਯੋਗਤਾ, ਕਾਬਲੀਅਤ ਨੂੰ ਜੱਜ ਨਹੀਂ ਕੀਤਾ ਜਾ ਸਕਦਾ। ਸਹੀ ਗੱਲ ਹੈ ਨਾ? ਦਿਲ ਚ ਆ ਰਿਹਾ ਵੀ ਯਾਰ ਐਗਜ਼ਾਮ ਕਿੱਡੇ ਮਾੜੇ ਨਹੀਂ ਗਏ,
पर की करिए अपने इन्हां गल्लां दे उपर कुछ नहीं हो सकता। सरकार ने तो एग्जाम चलके हुए ने स्टार्ट किए हुए ने तो चलते रहणगे वो। लास्ट विच की है स्टूडेंट्स मे ओनली स्टडी टू पास टेस्ट। आ गल आपां करदे आंगे रादर दैन टू लर्न। असल है ना साडे पंजाबियों दे विच आम तौर दे उपर एक गल आम ही फेमस हैगी जे आपां करदे भी हां कि आपां पढ़दे कदों हुंदे आंगे सिर्फ उदों जदों एग्जाम हुंदे ने। सारा साल तो नहीं पढ़दे आपां नहीं। क्लासरूम दे विच जो टेस्ट हुंदे सिर्फ आपां उदों ही पढ़दे हां जिस दिन टेस्ट होवे ते एग्जाम दे विच भी इदां करदे आ। सो मेनली यह चीज़ हुंदी है कि किसी भी सिस्टम दे विच देख लो जिहड़े स्टूडेंट्स ने या लोग नेगे वो सिर्फ टेस्ट नूं पास करन दे लई ही पढ़दे नेगे ना कि वो समझण दे लई पढ़दे नेगे। मैं भी इन्हां विचों एक ही हैगा एक ही सीगा। मैं भी सिर्फ पास करने वास्ते स्कोर लैण वास्ते पढ़दा सीगा सीखण वास्ते नहीं पढ़िया। सीखण वास्ते पढ़िया तो मेरा नैट क्वालीफाइड हुंदा जी। मैं अज आयल्स ना करवा रहा हुंदा मैं शायद कॉलेज च टीच कर रहा हुंदा। स्टूडेंट्स कैन नॉट गेट फीडबैक ऑफ देयर मिस्टेक्स फ्रॉम एग्जाम। एक गल आपां पहलां भी गल कीती सी कि सब तो वड्डा जिहड़ी प्रॉब्लम है ना एग्जाम जो मैनूं लगदी हैगी वो यह हैगी कि एग्जाम दे विच ना बच्चे नूं फाइनल एग्जाम दे विच फीडबैक नहीं मिलती। सिर्फ ते सिर्फ कदों मिलती है फीडबैक जदों कंटीन्यूअल असैसमेंट हो रही हुंदी है क्लासरूम टेस्ट हो रहे हुंदे नेगे। आपां कहने फॉरन दी स्टडी वधिया हैगी क्यों वधिया हैगी फॉरन दी स्टडी दे विच है कि कैनेडा दी एग्जांपल दईए इन्हां दा फोकस इहदे उपर हैगा। इत्थे एग्जांपल दे सकदे हो तुसीं वेस्टर्न कंट्री ना कि फॉरन कंट्रीज ना लिखदे फॉरन दा नेपाल पाकिस्तान ये भी एक फॉरन कंट्रीज ने विदेशी कंट्रीज है साडे वास्ते। आपां वेस्टर्न कंट्रीज कहना वेस्टर्न कंट्रीज दे विच तुसीं अमेरिका कह लो कैनेडा कह लो उत्थे सारा जो बच्चे नूं जज कीता जांदा ना कंटीन्यूअल असैसमेंट दे उपर है। उत्थे तुहानूं असाइनमेंट्स मिलदियां नेगीਆਂ उत्थे रट्टा वाला एग्जाम नहीं हुंदे तां ही उन्हां दा एग्जामिनेशन सिस्टम जां उन्हां दा असैसमेंट सिस्टम जां बच्चे उत्थों दे ज़्यादा इंटैलीजेंट ने। पढ़दे आपां तां इंडिया वाले इह च कोई शक नहीं हैगा 3 साल दी ग्रैजुएशन हुंदी हैगी अपनी और कैनेडा दे विच अगर आप टोटल देखिए सवा 2 साल दी हुंदी हैगी। आपां बहुत पढ़दे हांगे आपां नूं नॉलेज बहुत वधिया हुंदी जदों आपां जाने उत्थे तां सानूं उत्थे ना स्टडी औखी नहीं लगदी। क्यों नहीं औखी लगदी क्योंकि आपां उन्हां नूं वध पढ़िया हुंदा पर सानूं वो चीज़ पढ़ाउंदे नेगे जिहड़ी कि असल दे विच प्रैक्टिकली लोड़ है सर। सो उन्हां दा फोकस हुंदा है सिर्फ ते सिर्फ इहदे। सो ये सीगे एग्जाम दे फायदे ते नुकसान। दोबारा जिथों मैं क्लास स्टार्ट की सी फिर मैं उत्थे एक सम अप कर दांगा। प्लीज़ इन्हां पॉइंट्स नूं हर एक पॉइंट नूं एक्सप्लेन ना करन लग जिओ बल्कि इन्हां नूं इकट्ठा करो भी पॉइंट एक बन जाए। जिवें पहले 3 पॉइंट नेगे इन्हां नूं एक बनाता अगले 3 नूं एक बना दिता एक नाल आपां सम कर पॉइंट आपां सिर्फ 2 ही एक्सप्लेन करने जे असीं 2 बीपी लिखने ने। अगर 3 बीपी लिखने नेगे तां पहले बीपी च एक पॉइंट उन्होंने एक्सप्लेन करो तो उसकी एग्जाम्पल दो। बीपी 2 दे विच भी सेम सिस्टम पॉइंट लिखे आइडिया लिखे आपने एक्सप्लेन किया तो एग्जाम्पल दिते होगी। पर बीपी 3 दे विच असीं जिहड़ा ओपोजिट व्यू है जिद्दां हुण आपां अगेंस्ट लिखे बीपी 1 ते 2 दे विच फॉर लिखिया और बीपी 3 दे विच वही फिर 2 पॉइंट लिखो किसी दी एग्जाम्पल दे दो ते सम अप कर दो। अगर उसी बीपी 3 लिखनी ओके। सो ये सीगा मेरा अज दा टॉपिक। किसी का कोई डाउट होया तो जरूर क्लियर कर लो।